Good morning, students. Now we will start our next topic number ਫੰਕਸ਼ਨਸ ਆਫ ਕਮਰਸ਼ੀਅਲ ਬੈਂਕ ਆਪਾਂ ਕਰ ਰਹੇ ਹਾਂ। ਠੀਕ ਹੈ, ਉਹਦੇ ਵਿੱਚ ਆਪਾਂ ਪ੍ਰਾਇਮਰੀ ਫੰਕਸ਼ਨ ਡਿਸਕਸ ਕੀਤਾ। ਉਹਦਾ ਏ ਪਾਰਟ ਕੀ ਸੀ? ਅਸੈਪਟਿੰਗ ਡਿਪੋਜ਼ਿਟ, ਮਤਲਬ ਜਮ੍ਹਾਂ ਨੂੰ ਸਵੀਕਾਰਨ ਕਰਨਾ। ਅੱਜ ਆਪਾਂ ਡਿਸਕਸ ਕਰਨਾ ਕਿ ਐਡਵਾਂਸਿੰਗ ਲੋਨਸ ਕੀ ਹੁੰਦਾ, ਮਤਲਬ ਕਰਜ਼ੇ ਦੇਣਾ। ਬੈਂਕ ਕਿਹੜੇ ਰੂਪ ਵਿੱਚ ਲੋਕਾਂ ਨੂੰ ਕਰਜ਼ੇ ਦਿੰਦਾ। ਸੋ ਇਨ ਆਰਡਰ ਟੂ ਅਰਨ ਪ੍ਰੋਫਿਟ ਦਾ ਬੈਂਕ ਐਡਵਾਂਸ ਲੋਨਸ ਟੂ ਦਾ ਪਬਲਿਕ। ਕੀ ਕਹਿੰਦੇ ਆ, ਜਿਹੜੇ ਬੈਂਕ ਆ ਉਹ ਪ੍ਰੋਫਿਟ ਅਰਨ ਕਰਨ ਲਈ, ਲਾਭ ਕਮਾਉਣ ਦੇ ਉਦੇਸ਼ ਦੇ ਨਾਲ ਕੀ ਕਰਦਾ, ਲੋਕਾਂ ਨੂੰ ਅੱਗੇ ਲੋਨ ਵਗੈਰਾ ਦਿੰਦੇ ਆ। ਉਹਨਾਂ ਨੂੰ ਪ੍ਰੋਫਿਟ ਕਿਹੜੇ ਰੂਪ ਵਿੱਚ ਪ੍ਰਾਪਤ ਹੁੰਦਾ? ਰੇਟ ਆਫ ਇੰਟਰਸਟ, ਮਤਲਬ ਜਦੋਂ ਕੋਈ ਲੋਕ ਬੈਂਕਾਂ ਤੋਂ ਲੋਨਸ ਵਗੈਰਾ ਲੈਂਦੇ ਆ ਤਾਂ ਉਹਨਾਂ ਦੇ ਬਦਲੇ ਬੈਂਕ ਉਹਨਾਂ ਤੋਂ ਰੇਟ ਆਫ ਇੰਟਰਸਟ ਲੈਂਦੇ ਆ, ਵਿਆਜ ਲੈਂਦੇ ਆ, ਜਿਹਨੂੰ ਕੀ ਆ ਬੈਂਕਾਂ ਦਾ ਪ੍ਰੋਫਿਟ ਮੰਨਿਆ ਜਾਂਦਾ। ਸੋ ਆਪਾਂ ਨੂੰ ਪਤਾ ਵੀ ਬੈਂਕਾਂ ਕੋਲ ਜੋ ਵੀ ਲੋਕ ਡਿਪੋਜ਼ਿਟ ਕਰਵਾ ਕੇ ਜਾਂਦੇ ਆ, ਰਾਸ਼ੀ ਨੂੰ ਜਮ੍ਹਾਂ ਕਰਵਾ ਕੇ ਜਾਂਦੇ ਆ, ਉਹਨਾਂ ਵਿੱਚੋਂ ਉਹ ਡਿਪੋਜ਼ਿਟ ਦੇ ਵਿੱਚੋਂ ਬੈਂਕ ਸੈਂਟਰਲ ਬੈਂਕ ਨੂੰ ਦੇਣ ਲਈ CRR ਅਤੇ SLR ਪਾਸੇ ਰੱਖ ਕੇ ਜੋ ਵੀ ਬਾਕੀ ਪੈਸੇ ਬਚਦੇ ਆ ਉਹਨੂੰ ਲੋਕਾਂ ਨੂੰ ਉਧਾਰ ਦੇ ਦਿੰਦੇ ਆ। ਠੀਕ ਹੈ, ਉਧਾਰ ਦੇਣ ਦੇ ਬਦਲੇ ਕੀ ਆ, ਉਹ ਲੋਕਾਂ ਤੋਂ ਸਿਕਿਉਰਿਟੀ ਲੈਂਦੇ ਆ ਅਤੇ ਉਧਾਰ ਦੇ ਦਿੰਦੇ ਆ। ਠੀਕ ਹੈ, ਹੁਣ ਆਪਾਂ ਡਿਸਕਸ ਕਰਨੇ ਆ ਵੀ ਕਿਹੜੇ ਕਰਜ਼ੇ ਆ, ਲੋਨ ਆ, ਠੀਕ ਹੈ, ਜੋ ਲੋਕਾਂ ਨੂੰ ਦਿੱਤੇ ਜਾਂਦੇ ਆ। ਸੋ ਫਸਟ ਕੀ ਆ, ਮਨੀ ਐਟ ਕਾਲ ਔਰ ਸ਼ਾਰਟ ਨੋਟਿਸ। ਪੰਜਾਬੀ ਦੇ ਵਿੱਚ ਇਹਨੂੰ ਮੰਗ ਉੱਪਰ ਜਾਂ ਅਲਪਕਾਲੀ ਨੋਟਿਸ ਉੱਪਰ ਵਾਪਸੀ ਯੋਗ ਰਿਣ ਵੀ ਕਿਹਾ ਜਾਂਦਾ। ਮਤਲਬ ਇਹਦੇ ਵਿੱਚ ਕਿਹਾ ਵੀ ਸ਼ਾਰਟ ਨੋਟਿਸ ਜਾਂ ਫਿਰ ਮਨੀ ਐਟ ਅ ਕਾਲ, ਮਤਲਬ ਜਦੋਂ ਵੀ ਕੀ ਆ, ਇਹ ਉਹ ਵਾਲੇ ਲੋਨਸ ਹੁੰਦੇ ਆ ਜਿਹੜੇ ਕਿ ਬਹੁਤ ਘੱਟ ਸਮੇਂ ਦੇ ਲਈ ਲੋਕਾਂ ਨੂੰ ਦਿੱਤੇ ਜਾਂਦੇ ਆ। ਠੀਕ ਹੈ, ਦੇਖੋ ਐਜ਼ ਅ ਨੇਮ ਸੁਜੈਸਟਸ ਦੈਟ loans which can be called back by the bank at a very short of 1 to 14 days is called the money at call or the short notice। ਠੀਕ ਹੈ, ਜਿਹੜੇ ਲੋਨ ਆ ਬਹੁਤ ਹੀ ਘੱਟ ਸਮੇਂ ਦੇ ਲਈ ਦਿੱਤੇ ਜਾਂਦੇ ਆ, ਮਤਲਬ ਜਿਹੜੇ ਲੋਨ 1 ਤੋਂ 14 ਦਿਨਾਂ ਦੇ ਲਈ ਦਿੱਤੇ ਜਾਂਦੇ ਆ ਲੋਕਾਂ ਨੂੰ, ਉਹਨਾਂ ਨੂੰ ਕੀ ਕਿਹਾ ਜਾਂਦਾ? ਮਨੀ ਐਟ ਕਾਲ ਜਾਂ ਸ਼ਾਰਟ ਨੋਟਿਸ ਕਿਹਾ ਜਾਂਦਾ। ਠੀਕ ਹੈ, ਇਹ ਉਹ ਰਿਣ ਹੁੰਦੇ ਆ ਜੋ ਬੈਂਕ ਦੁਆਰਾ 1 ਤੋਂ ਲੈ ਕੇ 14 ਦਿਨ ਦੇ ਬਹੁਤ ਥੋੜ੍ਹੇ ਨੋਟਿਸ 'ਤੇ ਵਾਪਸ ਲਿਆ ਜਾ ਸਕਦਾ। ਮਤਲਬ ਸਿਰਫ 1 ਤੋਂ ਕੀ ਆ 14 ਦਿਨਾਂ ਤੱਕ ਹੀ ਇਹ ਲੋਨ ਦਿੱਤਾ ਜਾਂਦਾ। ਲੋਨਸ ਆਰ ਜਨਰਲੀ ਗਿਵਨ ਟੂ ਅਦਰ ਬੈਂਕਸ ਔਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਇਸ ਤਰ੍ਹਾਂ ਦੇ ਬੈਂਕ ਇਹ ਪਬਲਿਕ ਲੋਕਾਂ ਨੂੰ ਨਹੀਂ ਦਿੰਦੇ। ਠੀਕ ਹੈ, ਪਬਲਿਕ ਇਹ ਇੱਦਾਂ ਦੇ ਲੋਕ ਨਹੀਂ ਲੈਂਦੇ। ਇਹਨਾਂ ਨੂੰ ਲੈਂਦਾ ਕੌਣ ਆ? ਜਾਂ ਤਾਂ ਕੋਈ ਫਾਈਨੈਂਸ਼ੀਅਲ ਸੰਸਥਾ, ਠੀਕ ਹੈ, ਕੋਈ ਵਿੱਤੀ ਸੰਸਥਾ, ਅਤੇ ਜਾਂ ਫਿਰ ਕੀ ਆ ਹੋਰ ਬੈਂਕ ਆ ਜਿਹੜੇ ਕਿ ਇਹ ਲੋਨ ਲੈਂਦੇ ਆ, ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਪੇਮੈਂਟਸ ਕਰਨੀਆਂ ਹੁੰਦੀਆਂ, ਉਹਨਾਂ ਨੂੰ ਬਹੁਤ ਥੋੜ੍ਹੇ ਸਮੇਂ ਲਈ ਚਾਹੀਦੇ ਹੁੰਦੇ ਆ। ਠੀਕ ਹੈ, ਉਹ ਲੋਨ ਲੈ ਕੇ ਉਹ ਪੇਮੈਂਟਸ ਨੂੰ ਕਰ ਦਿੰਦੇ ਆ, ਜਦੋਂ ਉਹਨਾਂ ਕੋਲ ਪੈਸੇ ਆ ਜਾਂਦੇ ਆ ਤਾਂ ਤੁਰੰਤ ਉਹ ਕੀ ਆ ਵਾਪਸ ਕਰ ਦਿੰਦੇ ਆ। ਬੈਂਕ ਅਰਨ ਵੈਰੀ ਲੋ ਰੇਟ ਆਫ ਇੰਟਰਸਟ ਔਰ ਪ੍ਰੋਫਿਟ। ਜਿਹੜੇ ਇਸ ਤਰ੍ਹਾਂ ਦੇ ਕਰਜ਼ੇ ਹੁੰਦੇ ਆ, ਆਪਾਂ ਨੂੰ ਪਤਾ ਵੀ 14 ਦਿਨ ਬਹੁਤ ਘੱਟ ਹੁੰਦੇ ਆ, ਸੋ ਰੇਟ ਆਫ ਇੰਟਰਸਟ ਜਿਹੜਾ ਬੈਂਕ ਨੂੰ ਮਿਲੂਗਾ ਬਹੁਤ ਘੱਟ ਹੋਊਗਾ। ਠੀਕ ਹੈ, ਇਹਨਾਂ ਤੋਂ ਪ੍ਰੋਫਿਟ ਵੀ ਇਸ ਲਈ ਬਹੁਤ ਘੱਟ ਹੋਊਗਾ। ਕਿਉਂ ਘੱਟ ਆ? ਕਿਉਂਕਿ ਇਹਨਾਂ ਦਾ ਮੈਜੋਰਟੀ ਪੀਰੀਅਡ ਵੈਰੀ ਸਮੋਲ ਆ, ਕਿਉਂਕਿ ਸਿਰਫ 14 ਦਿਨਾਂ ਦੇ ਲਈ ਹੀ ਦਿੱਤੇ ਜਾਂਦੇ, ਤਾਂ ਕਰਕੇ ਇਹਨਾਂ ਤੋਂ ਮਿਲਣ ਵਾਲਾ ਰੇਟ ਆਫ ਇੰਟਰਸਟ ਕੀ ਆ ਬਹੁਤ ਘੱਟ ਹੁੰਦਾ। ਇਸ ਤੋਂ ਅੱਗੇ ਕੀ ਆ, ਕੈਸ਼ ਕ੍ਰੈਡਿਟ, ਜਿਹਨੂੰ ਪੰਜਾਬੀ ਦੇ ਵਿੱਚ ਨਗਦ ਸਾਖ ਜਾਂ ਨਕਦੀ ਉਧਾਰ ਵੀ ਕਿਹਾ ਜਾਂਦਾ। ਅੱਗੇ ਦੇਖੋ ਕੈਸ਼ ਕ੍ਰੈਡਿਟ ਕੀ ਹੁੰਦਾ? ਦਾ ਲੋਨ ਵਿਚ ਇਜ਼ ਗਿਵਨ ਟੂ ਦਾ ਬੋਰੋ ਅਗੇਂਸਟ ਕਰੰਟ ਐਸੈਟਸ ਸਚ ਐਜ਼ ਸ਼ੇਅਰਸ, ਸਟਾਕਸ ਐਂਡ ਬੌਂਡਸ। ਠੀਕ ਹੈ, ਸ਼ੇਅਰਸ ਹੁੰਦੇ ਆ, ਸਟਾਕਸ ਹੁੰਦੇ ਆ ਅਤੇ ਬੌਂਡਸ ਹੁੰਦੇ ਆ। ਇਹ ਇੱਕ ਤਰ੍ਹਾਂ ਦੀਆਂ ਕੀ ਹੁੰਦੀਆਂ? ਸੰਪਤੀਆਂ ਹੁੰਦੀਆਂ ਜੋ ਲੋਕਾਂ ਕੋਲ ਹੁੰਦੀਆਂ। ਠੀਕ ਹੈ, ਹੁਣ ਇਹਦੇ ਬਦਲੇ ਸ਼ੇਅਰਸ, ਸਟਾਕ ਅਤੇ ਬੌਂਡ ਦੇ ਬਦਲੇ ਜਿਹੜੇ ਕੀ ਆ ਲੋਨ ਦਿੱਤੇ ਜਾਂਦੇ ਆ, ਉਹਨਾਂ ਨੂੰ ਕੀ ਕਿਹਾ ਜਾਂਦਾ? ਕੈਸ਼ ਕ੍ਰੈਡਿਟ ਕਿਹਾ ਜਾਂਦਾ। ਸੋ the borrower can withdraw money through check up to a certain limit as determined by the bank। ਠੀਕ ਹੈ, ਇਹਦੇ ਵਿੱਚ ਕੀ ਆ, ਇੱਕ ਵਾਰੀ ਜਦੋਂ ਲੋਨ ਲਿੱਤਾ ਜਾਂਦਾ ਵਾ ਅਤੇ ਬੈਂਕ ਇੱਕ ਲਿਮਿਟ ਬਣਾ ਦਿੰਦੀ ਹੈ ਵੀ ਇਹ ਤੋਂ ਵੱਧ ਤੁਸੀਂ ਪੈਸੇ ਨਹੀਂ ਕਢਵਾ ਸਕਦੇ। ਠੀਕ ਹੈ, ਹੌਲੀ ਹੌਲੀ ਕਢਵਾ ਸਕਦੇ ਆ, ਪਰ ਇੱਕਦਮ ਸਾਰੇ ਪੈਸੇ ਨਹੀਂ ਕਢਵਾਏ ਜਾ ਸਕਦੇ ਜੋ ਵੀ ਬੈਂਕ ਨੇ ਲੋਨ ਦਿੱਤਾ। A borrower has to pay interest on the amount actually withdrawn by him from the account। ਜਿਹੜੇ ਵੀ ਕੀ ਆ, ਉਹਨੇ ਆਪਣੇ ਅਕਾਊਂਟ ਦੇ ਵਿੱਚ, ਦੇਖੋ ਜਿਹੜਾ ਲੋਨ ਹੁੰਦਾ ਬੈਂਕ ਕੀ ਕਰਦੇ ਆ, ਉਹਨੂੰ ਜਿਹੜਾ ਲੋਨ ਲੈਂਦਾ ਉਹਦੇ ਅਕਾਊਂਟ ਵਿੱਚ ਪਾ ਦਿੰਦੇ ਆ। ਹੁਣ ਉਹਨੇ ਕਢਵਾਉਣੇ ਆ, ਉਹ ਕਿਵੇਂ ਕਢਵਾਊਗਾ? ਉਹਦੀ ਇੱਕ ਲਿਮਿਟ ਹੁੰਦੀ ਹੈ ਵੀ ਤੁਸੀਂ ਇੰਨੇ 1000 ਰੁਪਏ ਤੱਕ, ਜਾਂ ਫਿਰ ਇੰਨੇ ਕੀ ਆ, ਮੰਨ ਲਓ ਵੀ ਤੁਸੀਂ 30,000 ਰੁਪਏ ਤੱਕ ਹੀ ਇੱਕ ਪੈਸੇ ਕਢਵਾ ਸਕਦੇ ਹੋ, ਉਦੋਂ ਜ਼ਿਆਦਾ ਨਹੀਂ।
ठीक है। ਇਹਦੇ ਵਿੱਚ ਕੀ ਹੋਊਗਾ ਤਾਂ ਜਿਹੜੇ ਉਹਨੇ 30,000 ਰੁਪਇਆ ਕਢਵਾਇਆ ਸਿਰਫ ਉਹਦੇ ਤੇ ਹੀ ਰੇਟ ਆਫ ਇੰਟਰਸਟ ਲੱਗੂਗਾ, ਜੋ ਉਹਦੇ ਅਕਾਊਂਟ ਦੇ ਵਿੱਚ ਪਏ ਆ ਉਹਦੇ ਤੇ ਰੇਟ ਆਫ ਇੰਟਰਸਟ ਨਹੀਂ ਲੱਗਣਾ। ਦੇਖੋ ਰਿਣ ਪ੍ਰਾਪਤ ਕਰਤਾ ਇਸ ਖਾਤੇ ਵਿੱਚੋਂ ਬੈਂਕ ਦੁਆਰਾ ਨਿਰਧਾਰਿਤ ਨਿਸ਼ਚਿਤ ਸੀਮਾ ਤੱਕ ਚੈੱਕ ਰਾਹੀਂ ਪੈਸੇ ਕਢਵਾ ਸਕਦਾ, ਮਤਲਬ ਇਹਦੇ ਵਿੱਚ ਜਦੋਂ ਪੈਸੇ ਕਢਵਾਉਣੇ ਆ ਤੇ ਚੈੱਕ ਰਾਹੀਂ ਕਢਵਾ ਸਕਦਾ। ਉਹਦੀ ਇੱਕ ਲਿਮਿਟਡ ਸੀਮਾ ਹੁੰਦੀ ਆ ਵੀ ਇੰਨੇ ਹੀ ਪੈਸੇ ਤੁਸੀਂ ਕਢਵਾਉਣੇ ਆ, ਠੀਕ ਹੈ। ਜੋ ਕਿ ਰਕਮ ਉਹ ਕਢਵਾਉਂਦਾ ਹੈ ਤੇ ਉਸ ਦੇ ਵਿੱਚ ਜੋ ਰਕਮ ਉਹ ਕਢਵਾਉਂਦਾ ਉਹਦੇ ਤੇ ਹੀ ਵਿਆਜ ਦਿੰਦਾ। ਸੋ ਦੇਖੋ ਅਗਲੀ ਟਾਈਪ ਕੀ ਆ ਲੋਨਸ ਦੀ, ਓਵਰਡਰਾਫਟ, ਠੀਕ ਹੈ। ਵੈਨ ਆ ਡਿਪੋਜ਼ਿਟਰ ਵਿਦਡਰਾਜ਼ ਮੋਰ ਮਨੀ ਦੈਨ ਐਕਚੁਅਲੀ ਲੇਇੰਗ ਇਨ ਹਿਜ਼ ਅਕਾਊਂਟ ਦੈਮ ਇਟ ਇਜ਼ ਕਾਲਡ ਦਾ ਓਵਰਡਰਾਫਟ। ਮਤਲਬ ਜਿੰਨੀ ਪੈਸੇ ਕਢਵਾਉਣ ਵਾਲੇ ਦੇ ਅਕਾਊਂਟ ਦੇ ਵਿੱਚ ਪੈਸਾ ਹੁੰਦਾ, ਜੇ ਉਹ ਉਸ ਤੋਂ ਵੱਧ ਕਢਵਾ ਲੈਂਦਾ ਹੈ ਤਾਂ ਜਿਹੜੀ ਵੱਧ ਰਕਮ ਕੱਢੀ ਜਾਂਦੀ ਹੈ ਉਹਨੂੰ ਕੀ ਕਿਹਾ ਜਾਂਦਾ, ਓਵਰਡਰਾਫਟ ਕਿਹਾ ਜਾਂਦਾ। ਫੋਰ ਐਗਜ਼ਾਮਪਲ ਲਓ ਵੀ ਮੰਨ ਲਓ ਇੱਕ ਵਿਅਕਤੀ ਦੇ ਕੋਲ ਕੀ ਉਹਦੇ ਅਕਾਊਂਟ ਦੇ ਵਿੱਚ ਕਿੰਨੇ ਆ 10,000 ਰੁਪਇਆ, ਪਰ ਉਹਨੇ ਕੀ ਆ ਉਸਨੇ ਬੈਂਕ ਨੂੰ ਕਹਿੰਦੇ 12,000 ਤੱਕ ਚੈੱਕ ਕੱਟਣ ਦੇ ਲਾ ਅਧਿਕਾਰ ਦੇ ਦਿੱਤਾ, ਠੀਕ ਹੈ। ਬੈਂਕ ਨੇ ਕੀ ਕੀਤਾ ਵੀ ਤੁਸੀਂ ਤੁਹਾਡੇ ਖਾਤੇ ਦੇ ਵਿੱਚ ਤਾਂ ਹੈਗਾ 10,000 ਪਰ ਤੁਸੀਂ 12,000 ਤੱਕ ਕਢਵਾ ਸਕਦੇ ਹੋ, ਬੈਂਕ ਨੇ ਉਹਨੂੰ ਫੈਸਿਲਿਟੀ ਦਿੱਤੀ ਜਿਹਨੂੰ ਕਿ ਓਵਰਡਰਾਫਟ ਕਿਹਾ ਜਾਂਦਾ। ਹੁਣ ਜਿਹੜਾ ਆਹ 2,000 ਰੁਪਇਆ ਉੱਪਰੋਂ ਕੱਢਿਆ ਉਹਨਾਂ ਨੇ, ਠੀਕ ਹੈ, ਕਿਉਂਕਿ ਉਹਦੇ ਖਾਤੇ ਵਿੱਚ ਤਾਂ 10,000 ਸੀ ਤਾਂ ਉਹ ਕਢਵਾ ਕਿੰਨਾ ਸਕਦਾ 12,000, ਤਾਂ ਜਿਹੜਾ 2,000 ਬੈਂਕ ਨੇ ਦਿੱਤਾ, ਠੀਕ ਹੈ, ਉਹ ਕੀ ਆ ਓਵਰਡਰਾਫਟ ਇਹਨੂੰ ਕਿਹਾ ਜਾਂਦਾ। Such facility is provided by the bank to the customers having good reputation and the goodwill, ਠੀਕ ਹੈ। ਬੈਂਕ ਇਹੋ ਜਿਹੀ ਰਕਮ ਉਹਨਾਂ ਨੂੰ ਕਸਟਮਰ ਨੂੰ ਦਿੰਦਾ, ਉਹਨਾਂ ਗ੍ਰਾਹਕਾਂ ਨੂੰ ਦਿੰਦਾ ਜਿਨ੍ਹਾਂ ਦੀ ਰੈਪੂਟੇਸ਼ਨ ਹੁੰਦੀ ਹੈ ਸਮਾਜ ਦੇ ਵਿੱਚ, ਜਾਂ ਫਿਰ ਕੀ ਆ ਉਹਨਾਂ 'ਤੇ ਵਿਸ਼ਵਾਸ ਕੀਤਾ ਜਾ ਸਕੇ। The borrowers has to pay rate of interest on the overdraft। ਹੁਣ ਜਿਹੜਾ ਰੇਟ ਆਫ ਇੰਟਰਸਟ ਉਹਨਾਂ ਨੇ ਦੇਣਾ ਵਾ, ਠੀਕ ਹੈ, ਜਿਹੜਾ ਆਹ 2,000 ਰੁਪਇਆ ਇਹ ਵੱਧ ਇਹਦੇ 'ਤੇ ਹੀ ਦੇਣਾ, ਠੀਕ ਹੈ, ਕਿਉਂਕਿ ਇਹਨਾਂ ਨੇ ਇਹ ਜ਼ਿਆਦਾ ਕਢਵਾਇਆ ਤਾਂ ਕਰਕੇ ਸਿਰਫ ਇਹਦੇ 'ਤੇ ਹੀ ਰੇਟ ਆਫ ਇੰਟਰਸਟ ਜਿਹੜਾ ਕੀ ਆ ਗ੍ਰਾਹਕ ਨੂੰ ਪੇ ਕਰਨਾ ਪਊਗਾ। ਇਸ ਤੋਂ ਅੱਗੇ ਕੀ ਆ ਡਿਸਕਾਊਂਟਿੰਗ ਬਿੱਲ ਆਫ ਐਕਸਚੇਂਜ, ਜਿਹਨੂੰ ਵਟਾਂਦਰਾ ਬਿੱਲਾਂ ਦੀ ਕਟੌਤੀ ਵੀ ਕਿਹਾ ਜਾਂਦਾ। ਦੇਖੋ ਬਿੱਲ ਆਫ ਐਕਸਚੇਂਜ ਇਜ਼ ਵੈਰੀ ਪਾਪੂਲਰ ਕ੍ਰੈਡਿਟ ਇੰਸਟਰੂਮੈਂਟ ਇਨ ਦਾ ਮਾਡਰਨ ਬਿਜ਼ਨਸ ਵਰਲਡ। ਕੀ ਕਹਿੰਦੇ ਆ ਜਿਹੜਾ ਬਿੱਲ ਆਫ ਐਕਸਚੇਂਜ ਆ ਉਹ ਲੋਨ ਆ ਕੀ ਆ ਉਹ ਕਿਸਮ ਆ ਇੱਕ ਲੋਨ ਦੀ, ਇਹ ਕੀ ਬਹੁਤ ਜ਼ਿਆਦਾ ਪਾਪੂਲਰ ਆ ਕਿਹਦੇ ਵਿੱਚ ਆਪਣੇ ਜਿਹੜਾ ਹੁਣ ਮਾਡਰਨ ਬਿਜ਼ਨਸ ਵਰਡ ਹੋ ਗਿਆ, ਠੀਕ ਹੈ। ਇਹਨੂੰ ਸਮਝਣ ਦੇ ਲਈ ਪਹਿਲਾਂ ਆਪਾਂ ਇਹਦੀ ਇੱਕ ਐਗਜ਼ਾਮਪਲ ਦੇਖਦੇ ਹਾਂ। ਫੋਰ ਐਗਜ਼ਾਮਪਲ ਇਹਦੇ ਵਿੱਚ ਦੋ ਵਿਅਕਤੀ ਹੁੰਦੇ ਆ, ਇੱਕ ਕ੍ਰੈਡੀਟਰ ਐਂਡ ਇੱਕ ਡੈਟਰ। ਇੱਕ ਲੈਣਦਾਰ ਜਿਹਨੇ ਪੈਸੇ ਲੈਣੇ ਹੁੰਦੇ ਆ ਤੇ ਇੱਕ ਦੇਣਦਾਰ ਜਿਹਨੇ ਕੀ ਪੈਸੇ ਦੇਣੇ ਹੁੰਦੇ ਆ। ਮੰਨ ਲਓ ਆਪਾਂ ਮੰਨ ਲੈਂਦੇ ਹਾਂ ਇੱਕ ਮਿਸਟਰ ਸੀ ਆ ਤੇ ਇੱਕ ਮਿਸਟਰ ਡੀ ਆ। ਮਿਸਟਰ ਡੀ ਨੇ ਮਿਸਟਰ ਸੀ ਤੋਂ ਕੁਝ ਕੀ ਵਸਤੂਆਂ ਖਰੀਦੀਆਂ, ਮੰਨ ਲਓ ਉਹਨਾਂ ਨੇ ਰॉ ਮਟੀਰੀਅਲ ਖਰੀਦਿਆ, ਕਿੰਨੇ ਰੁਪਏ ਦਾ 30,000 ਰੁਪਏ ਦਾ। ਹੁਣ ਡੀ ਨੇ ਕੀ ਆ ਸੀ ਨੂੰ ਕਿੰਨਾ ਰੁਪਏ ਦੇਣੇ ਆ 30,000, ਪਰ ਡੀ ਨੇ ਕਹਿ ਦਿੱਤਾ ਕਿ ਮੇਰੇ ਕੋਲ ਹੁਣ ਪੈਸੇ ਨਹੀਂ ਆ, ਠੀਕ ਹੈ, ਤੂੰ ਮੇਰੇ ਤੋਂ ਰੁੱਕ ਕੇ ਪੈਸੇ ਲੈ ਲਾ। ਫਿਰ ਉਹਦੇ ਬਦਲੇ ਕੀ ਆ ਜਿਹੜਾ ਸੀ ਆ ਉਹ ਕੀ ਕਰੂਗਾ ਇੱਕ ਬਿੱਲ ਡਿਸਕਾਊਂਟਿੰਗ ਬਿੱਲ ਦਊਗਾ ਐਕਸਚੇਂਜ, ਠੀਕ ਹੈ, ਬਿੱਲ ਆਫ ਐਕਸਚੇਂਜ ਦਊਗਾ ਕਿਹਨੂੰ ਡੀ ਨੂੰ, ਠੀਕ ਹੈ। ਉਹਨੂੰ ਕਹੂਗਾ ਵੀ ਤੂੰ ਇਹਦੇ 'ਤੇ ਸਾਈਨ ਕਰ ਵੀ ਤੂੰ ਅਗਲੇ ਜਿਹੜੇ ਆਪਣੇ 6ਵੇਂ ਮਹੀਨੇ ਦੀ 1 ਤਰੀਕ ਤੱਕ ਤੂੰ ਇਹ ਪੈਸੇ ਵਾਪਸ ਕਰ ਦੇਗਾ। ਉਹ ਕਹਿੰਦਾ ਠੀਕ ਆ, ਉਹ ਮੰਨ ਲੈਂਦਾ, ਠੀਕ ਹੈ, ਉਹ ਆਪਦੇ ਸਿਗਨੇਚਰ ਕਰ ਦਿੰਦਾ, ਕਹਿੰਦੇ ਠੀਕ ਆ। ਹੁਣ ਜਿਹੜਾ ਬਿੱਲ ਆ ਇਹ ਵਾਪਸ ਫਿਰ ਕਿਹਦੇ ਕੋਲ ਚਲਾ ਜਾਂਦਾ ਲੈਣਦਾਰ ਕੋਲ ਆ ਗਿਆ, ਕਿਉਂਕਿ ਉਹਨਾਂ ਦੇ ਵਿਚਾਰੇ ਇੱਕ ਪ੍ਰੋਮਿਸ ਹੋਇਆ, ਇੱਕ ਬਿੱਲ ਕੱਟਿਆ ਗਿਆ ਜਿਹਦੇ ਵਿੱਚ ਕੀ ਆ ਜਿਹੜਾ ਡੀ ਆ ਮਿਸਟਰ ਡੀ ਆ ਉਹ ਸੀ ਨੂੰ ਕਹਿੰਦਾ ਕਿ ਮੈਂ ਤੈਨੂੰ 6ਵੇਂ ਮਹੀਨੇ ਦੀ ਜਿਹੜੀ 1 ਤਰੀਕ ਆ ਉਹਦੇ ਤੱਕ ਜਿਹੜੇ 30,000 ਰੁਪਇਆ ਵਾਪਸ ਕਰ ਦੂੰ। ਉਹ ਕਹਿੰਦੇ ਠੀਕ ਆ। ਹੁਣ ਜਿਹੜਾ ਆ ਬਿੱਲ ਕਿਹਦੇ ਕੋਲ ਚਲਾ ਗਿਆ ਲੈਣਦਾਰ ਜਿਹਨੇ ਪੈਸੇ ਲੈਣੇ ਆ। ਪਰ ਕੀ ਹੋਇਆ ਕੁਝ ਸਮੇਂ ਬਾਅਦ ਕੀ ਆ ਮੰਨ ਲਓ ਉਹਨੂੰ ਲੋੜ ਪੈ ਗਈ 5ਵੇਂ ਮਹੀਨੇ ਦੇ ਵਿੱਚ ਹੀ ਪੈਸਿਆਂ ਦੀ ਲੋੜ ਪੈ ਗਈ, ਠੀਕ ਹੈ, ਪਰ ਉਹਨਾਂ ਨੇ ਕੀ ਇਨਕਰੀਮੈਂਟ ਉਹਨਾਂ ਵਿੱਚ ਕੀ ਹੋਇਆ ਸੀਗਾ ਵੀ ਮੈਂ 6ਵੇਂ ਮਹੀਨੇ ਦਊਗਾ। ਉਹਨੂੰ ਕੀ ਆ ਵੀ 5ਵੇਂ ਮਹੀਨੇ ਦੇ ਵਿੱਚ ਕੀ ਆ ਪੈਸਿਆਂ ਦੀ ਲੋੜ ਪੈ ਗਈ। ਹੁਣ ਉਹਦੇ ਕੋਲ ਜਿਹੜਾ ਵੀ ਉਹ ਬਿੱਲ ਐਕਸਚੇਂਜ ਬਿੱਲ ਆ ਉਹ ਕਿਹਦੇ ਕੋਲ ਚਲਾ ਜਾਊਗਾ ਬੈਂਕ ਕੋਲ ਲੈ ਕੇ ਚਲਿਆ ਜਾਊਗਾ, ਠੀਕ ਹੈ। ਬੈਂਕ ਉਹ ਆਪਦਾ ਬਿੱਲ ਆਪਦੇ ਕੋਲ ਰੱਖ ਲੂਗਾ, ਠੀਕ ਹੈ, ਅਤੇ ਉਹਦੇ ਵਿੱਚੋਂ ਆਪਦਾ ਜਿਹੜਾ 1,000 ਰੁਪਇਆ ਮੰਨ ਲਓ ਕੱਟ ਲੂਗਾ ਬੈਂਕ। ਉਹ ਕੀ ਡਿਸਕਾਊਂਟ ਚਾਰਜ ਲਗਾਉਂਦਾ, ਮੰਨ ਲਓ ਇੱਕ ਤਰ੍ਹਾਂ ਦਾ ਉਹ ਰੇਟ ਆਫ ਇੰਟਰਸਟ ਬੈਂਕ ਕੱਟ ਕੇ ਉਹਨੂੰ ਕਿੰਨਾ ਰੁਪਇਆ ਦੇ ਦਿੰਦਾ 29,000 ਰੁਪਇਆ ਦੇ ਦਿੰਦਾ। ਸੋ ਇਹਨੂੰ ਕਿੰਨਾ ਲੋਸ ਹੋਇਆ 1,000 ਰੁਪਏ ਦਾ, ਕਿਉਂਕਿ ਇਹਨੂੰ ਪੈਸੇ ਪਹਿਲਾਂ ਲੋੜ ਪੈ ਗਈ। ਹੁਣ ਜਿਹੜਾ ਬਿੱਲ ਆਫ ਐਕਸਚੇਂਜ ਆ, ਠੀਕ ਹੈ,
ਬਿੱਲ ਆਫ ਐਕਸਚੇਂਜ ਉਹ ਕਿਹਦੇ ਕੋਲ ਚਲਿਆ ਗਿਆ, ਬੈਂਕ ਕੋਲ। ਹੁਣ ਜਦੋਂ ਕਿੰਨੀ ਡੇਟ ਆ ਜੂਗੀ, ਜਦੋਂ 6ਵੇਂ ਮਹੀਨੇ ਦੀ ਪਹਿਲੀ ਤਰੀਕ ਆ ਜੂਗੀ, ਜਦੋਂ ਇੰਕਰੀਮੈਂਟ ਹੋਇਆ ਸੀ, ਬੈਂਕ ਕਿਹਦੇ ਕੋਲ ਚਲਿਆ ਜਾਊਗਾ, ਡੈਟਰ ਕੋਲ, ਜਿਹਨੇ ਕਿ ਪੈਸੇ ਪਹਿਲਾਂ ਦੇਣੇ ਸੀ। ਠੀਕ ਹੈ, ਉਹ ਬੈਂਕ ਉਹਨੂੰ ਦਿਖਾ ਦੂਗਾ ਅਤੇ ਜਿਹੜਾ ਮਿਸਟਰ ਡੀ ਆ ਉਹ ਉਹਨੂੰ 30,000 ਰੁਪਈਆ ਦਊਗਾ। ਠੀਕ ਹੈ, ਹੁਣ ਬੈਂਕ ਇਸ ਤਰ੍ਹਾਂ ਕਿਉਂ ਕਰਦਾ, ਉਹਨਾਂ ਨੂੰ ਕੀ ਫਾਇਦਾ ਹੋਇਆ, ਕਿਉਂਕਿ ਉਹਨੇ ਕਿਹਨੂੰ ਦਿੱਤੇ, ਬਿੱਲ ਆਫ ਐਕਸਚੇਂਜ ਦੇ ਕੇ ਉਹਨਾਂ ਨੂੰ 29,000 ਰੁਪਇਆ ਦਿੱਤਾ। ਠੀਕ ਹੈ, ਪਰ ਉਹਨੂੰ ਤਰੀਕ ਆਉਣ 'ਤੇ ਕਿੰਨੇ ਪੈਸੇ ਮਿਲ ਗਏ, 30,000 ਦਾ 30,000 ਰੁਪਇਆ ਮਿਲ ਗਿਆ। ਸੋ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ 1000 ਰੁਪਇਆ ਹੋਇਆ ਉਹਨੇ ਪ੍ਰੋਫਿਟ ਅਰਨ ਕੀਤਾ ਐਜ਼ ਆ ਰੇਟ ਆਫ ਇੰਟਰਸਟ। ਇਹਨੂੰ ਬਿੱਲ ਆਫ ਐਕਸਚੇਂਜ ਕਿਹਾ ਜਾਂਦਾ। ਸੋ ਦੇਖੋ, it is a bill which is drawn by the creditor on the debtor and the debtor accept the bill by putting his signature। ਆਪਾਂ ਜਿਵੇਂ ਕਿ ਪੜ੍ਹਿਆ ਕਿ ਜਿਹੜਾ ਕ੍ਰੈਡੀਟਰ ਹੈ ਡੈਟਰ ਨੂੰ ਕੀ ਹੈ, ਬਿੱਲ ਆਫ ਐਕਸਚੇਂਜ ਦੇ ਦਿੰਦਾ ਅਤੇ ਡੈਟਰ ਕੀ ਹੈ ਉਹਦੇ 'ਤੇ ਆਪਦੇ ਸਾਈਨ ਕਰ ਦਿੰਦਾ। ਠੀਕ ਹੈ, ਐਂਡ ਐਗਰੀ ਟੂ ਪੇ ਦਾ ਸਪੈਸੀਫਾਈਡ ਅਮਾਊਂਟ ਮੈਂਸ਼ਨ ਇਨ ਦਾ ਬਿੱਲ ਔਨ ਮੈਜੋਰਟੀ। ਉਹ ਕੀ ਕਹਿੰਦਾ, ਜਿਹੜੇ ਵੀ ਅਮਾਊਂਟ ਸੀ, ਮਤਲਬ 30,000 ਰੁਪਇਆ ਲਿਆ ਸੀ, ਉਹ ਮੈਜੋਰਟੀ ਟਾਈਮ ਤੱਕ ਕੀ ਆ ਪੇ ਕਰ ਦੂਗਾ, ਉਹਦੇ 'ਤੇ ਸਾਈਨ ਕਰ ਦਿੰਦਾ। ਠੀਕ ਹੈ, ਇਹ ਇੱਕ ਅਜਿਹਾ ਬਿੱਲ ਹੁੰਦਾ ਜਿਹੜਾ ਲੈਣਦਾਰ ਦੁਆਰਾ ਦੇਣਦਾਰ ਉੱਪਰ ਲਿਖਿਆ ਜਾਂਦਾ। ਠੀਕ ਹੈ, ਲੈਣਦਾਰ ਕਿਹਨੂੰ, ਦੇਣਦਾਰ ਦਿੰਦਾ, ਅਤੇ ਦੇਣਦਾਰ ਕੀ ਹੈ ਇਸ ਉੱਪਰ ਆਪਣੇ ਸਾਈਨ ਕਰ ਦਿੰਦਾ, ਅਤੇ ਉਹ ਕਹਿੰਦਾ ਵੀ ਜਿਹੜੇ ਟਾਈਮ ਆਉਣ 'ਤੇ ਮੈਂ ਸਾਰੇ ਦੇ ਸਾਰੇ ਪੈਸੇ ਦੇਣ ਦਾ ਕੀ ਆ ਵਚਨ ਕਰਦਾ ਵਾਂ। ਇਸ ਤੋਂ ਅੱਗੇ ਦੇਖੋ, ਬਿੱਲ ਆਲਸੋ ਡਿਸਕਾਊਂਟ ਸੱਚ ਬਿਲਸ ਆਫਟਰ ਮੇਕਿੰਗ ਸਮ ਡਿਡਕਸ਼ਨਸ ਦਾ ਬੈਂਕ ਪੇ ਦਾ ਅਮਾਊਂਟ ਆਫ ਦਾ ਬਿੱਲ ਟੂ ਦਾ ਹੋਲਡਰ। ਹੁਣ ਦੇਖੋ ਕਿਹਦੇ ਕੋਲ ਸੀਗਾ ਬਿੱਲ, ਮਿਸਟਰ ਸੀ ਕੋਲ। ਹੁਣ ਉਹਨਾਂ ਨੇ ਕੀ ਕੀਤਾ, ਇਹਦੇ ਵਿੱਚੋਂ ਕੁਝ ਡਿਡਕਸ਼ਨ ਕਰ ਲਈ, ਮਤਲਬ 1000 ਰੁਪਏ ਕੱਟ ਲਿਆ ਅਤੇ ਬਾਕੀ ਜਿਹੜਾ ਪੈਸਾ ਉਹਨੂੰ ਦੇ ਦਿੱਤਾ। ਠੀਕ ਹੈ, ਇਸ ਤੋਂ ਬਾਅਦ ਕੀ ਹੋਊਗਾ, ਬੈਂਕ ਗੈਟਸ ਇਟਸ ਪੇਮੈਂਟ ਫਰੋਮ ਦਾ ਡੈਟਰ ਹੂ ਹੈਜ਼ ਅਸੈਪਟਡ ਦਾ ਬਿੱਲ ਔਨ ਦਾ ਮੈਜੋਰਟੀ। ਉਸ ਤੋਂ ਬਾਅਦ ਬੈਂਕ ਕੀ ਕਰੂਗਾ, ਜਿਹੜਾ ਡੈਟਰ ਹੋਊਗਾ, ਮਿਸਟਰ ਡੀ ਹੋਊਗਾ, ਉਹਨੂੰ ਕੀ ਆ ਜਿਹੜਾ ਬਿੱਲ ਦਿਖਾ ਦੂਗਾ ਅਤੇ ਉਹਦੇ ਤੋਂ ਕੀ ਆ 30,000 ਰੁਪਇਆ ਵਾਪਸ ਲੈ ਲਊਗਾ। ਇਸ ਤੋਂ ਅੱਗੇ ਕੀ ਆ, ਸ਼ਾਰਟ ਟਰਮ ਲੋਨਸ। ਸ਼ਾਰਟ ਟਰਮ ਮਤਲਬ ਬਹੁਤ ਘੱਟ ਸਮੇਂ ਲਈ, ਅਲਪਕਾਲੀਨ ਸਮੇਂ ਦੇ ਲਈ ਜਿਹੜੇ ਰਹਿਣ ਦਿੱਤੇ ਜਾਂਦੇ ਆ। ਸ਼ਾਰਟ ਟਰਮ ਲੋਨਸ ਆਰ ਦੋਜ਼ ਲੋਨਸ ਵਿਚ ਆਰ ਗਿਵਨ ਬਾਈ ਦਾ ਬੈਂਕ ਫॉर ਅ ਸ਼ਾਰਟ ਪੀਰੀਅਡ ਸੇ ਲੈਸ ਦੈਨ 1 ਈਅਰ। ਜਿਹੜੇ 1 ਸਾਲ ਤੋਂ ਘੱਟ ਦਿੱਤੇ ਜਾਂਦੇ ਆ ਸਾਰੇ ਲੋਨ ਕੀ ਉਹਨੂੰ ਕੀ ਕਹਿੰਦੇ ਆ, ਸ਼ਾਰਟ ਟਰਮ ਲੋਨਸ ਕਿਹਾ ਜਾਂਦਾ। ਸੋ ਇਹਨਾਂ ਵਿੱਚ ਕੀ ਆ, ਸੱਚ ਟਾਈਪ ਆਫ ਬਿਲਸ ਆਰ ਗਿਵਨ ਟੂ ਦਾ ਬਿਜ਼ਨਸਮੈਨ। ਇਹ ਬਿਜ਼ਨਸਮੈਨਸ ਨੂੰ ਜਾਂ ਇੰਡੀਵਿਜੂਅਲਸ ਨੂੰ ਦਿੱਤੇ ਜਾ ਸਕਦੇ ਆ ਤਾਂ ਕਿ ਉਹ ਆਪਦੀਆਂ ਸ਼ਾਰਟ ਟਰਮ ਜਿਹੜੇ ਰਿਕੁਆਇਰਮੈਂਟ ਆ, ਜੇ ਪੈਸੇ ਚਾਹੀਦੇ ਆ ਤਾਂ ਉਹ ਪੂਰੇ ਕਰ ਸਕਣ। ਠੀਕ ਹੈ, ਆ ਬੋਰੋ ਹੈਜ਼ ਟੂ ਆਫਰ ਸਮ ਸਿਕਿਉਰਿਟੀ। ਜਿਹੜਾ ਵੀ ਲੋਨ ਲੈਂਦਾ ਉਹਨੂੰ ਕੀ ਆ, ਕੁਝ ਸਿਕਿਉਰਿਟੀਜ਼ ਦੇਣੀਆਂ ਪੈਂਦੀਆਂ ਬੈਂਕ ਨੂੰ। ਠੀਕ ਹੈ, ਤਾਂ ਕਰਕੇ ਦੀਜ਼ ਲੋਨਸ ਆਰ ਕੀ ਆ, ਸਿਕਿਉਰ ਲੋਨ, ਮਤਲਬ ਇਹ ਸਿਕਿਉਰ ਹੁੰਦੇ ਆ, ਇਹਦੇ ਬਦਲੇ ਕੀ ਆ, ਸਿਕਿਉਰਿਟੀਜ਼ ਦਿੱਤੀਆਂ ਜਾਂਦੀਆਂ ਬੈਂਕ ਨੂੰ। ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਵੀ ਕੋਈ ਵੀ ਪੈਸੇ ਲੈ ਕੇ ਭੱਜ ਜੂਗਾ। ਸੋ ਇਹਦੀ ਲਾਸਟ ਟਾਈਪ ਕੀ ਆ, ਲੌਂਗ ਟਰਮ ਲੋਨ, ਦੀਰਘਕਾਲੀਨ ਰਿਣ। ਬੈਂਕ ਆਲਸੋ ਗਿਵ ਲੌਂਗ ਟਰਮ ਲੋਨਸ ਆਫ ਮੈਜੋਰਟੀ ਪੀਰੀਅਡ ਮੋਰ ਦੈਨ 1 ਈਅਰ। ਜਿਹੜੇ ਲੋਨ ਆ 1 ਸਾਲ ਤੋਂ ਵੱਧ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ, ਲੌਂਗ ਟਰਮ ਲੋਨਸ ਕਿਹਾ ਜਾਂਦਾ। ਦਾ ਇੰਟਰਸਟ ਇਜ਼ ਚਾਰਜਡ ਔਨ ਦਾ ਹੋਲ ਅਮਾਊਂਟ ਆਫ ਦਾ ਲੋਨ। ਠੀਕ ਹੈ, ਇਹਦੇ 'ਤੇ ਕੀ ਆ, ਜਿੰਨੀ ਵੀ ਰਕਮ 'ਤੇ ਲੋਨ ਦਿੱਤਾ ਗਿਆ ਸਾਰੀ ਦੀ ਸਾਰੀ ਰਕਮ 'ਤੇ ਕੀ ਆ, ਰੇਟ ਆਫ ਇੰਟਰਸਟ ਕੀ ਹੈ ਬੈਂਕ ਦੁਆਰਾ ਲਗਾਇਆ ਜਾਂਦਾ। ਸੱਚ ਲੋਨਸ ਮੀਟ ਲੌਂਗ ਰਨ ਜਾਂ ਲੌਂਗ ਟਰਮ ਕ੍ਰੈਡਿਟ ਨੀਡਸ ਆਫ ਦਾ ਬੋਰੋ। ਠੀਕ ਹੈ, ਜੇ ਕਿਸੇ ਨੂੰ ਲੰਮੇ ਸਮੇਂ ਦੇ ਲਈ ਪੈਸਾ ਉਧਾਰ ਚਾਹੀਦਾ ਤਾਂ ਉਹਨਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕੀ ਆ, ਲੌਂਗ ਟਰਮ ਲੋਨਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਆ। ਸੋ these loans are also given against some security। ਇਹਦੇ ਬਦਲੇ ਵੀ ਕੁਝ ਸਿਕਿਉਰਿਟੀਜ਼ ਲਈਆਂ ਜਾਂਦੀਆਂ ਬੈਂਕ ਦੁਆਰਾ। ਠੀਕ ਹੈ, ਸੋ ਆਪਾਂ ਕਹਿ ਸਕਦੇ ਹਾਂ ਵੀ 2 ਤਰ੍ਹਾਂ ਦੇ ਜਿਹੜੇ ਲਾਸਟ ਵਾਲੀ ਟਾਈਪਸ ਆ ਲੋਨਸ ਦੀ, ਸ਼ਾਰਟ ਟਰਮ ਆ ਅਤੇ ਲੌਂਗ ਟਰਮ ਆ। ਇਹਦੇ ਵਿੱਚ ਸ਼ਾਰਟ ਟਰਮ ਮਤਲਬ 1 ਸਾਲ ਤੋਂ ਘੱਟ, ਲੌਂਗ ਟਰਮ ਦੇ ਵਿੱਚ 1 ਸਾਲ ਤੋਂ ਜ਼ਿਆਦਾ ਜਿੰਨੇ ਵੀ ਲੋਨ ਦਿੱਤੇ ਜਾਂਦੇ ਉਹ ਸ਼ਾਮਿਲ ਕੀਤੇ ਜਾਂਦੇ ਆ। ਅਤੇ ਦੋਨਾਂ ਦੇ ਬਦਲੇ ਕੀ ਆ, ਸਿਕਿਉਰਿਟੀ ਦੇਣੀਆਂ ਪੈਂਦੀਆਂ ਜਿਹੜਾ ਲੋਨ ਲੈਂਦਾ, ਅਤੇ ਰੇਟ ਆਫ ਇੰਟਰਸਟ ਕੀ ਆ ਪੇ ਕਰਨਾ ਪੈਂਦਾ। ਸੋ ਆਪਣੇ ਜਿਹੜੇ ਐਡਵਾਂਸਿੰਗ ਲੋਨ ਇੱਥੇ ਖਤਮ ਹੋ ਜਾਂਦੇ ਆ ਅਤੇ ਕੱਲ੍ਹ ਆਪਾਂ ਸਟਾਰਟ ਕਰਾਂਗੇ ਸੈਕੰਡਰੀ ਫੰਕਸ਼ਨਸ ਆਫ ਕਮਰਸ਼ੀਅਲ ਬੈਂਕ। ਥੈਂਕ ਯੂ ਸਟੂਡੈਂਟਸ।